ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਵੀਡੀਓ ਵਿੱਚ ਇੱਕ ਐਸੀ ਜੁਗਤੀ ਦੱਸਣ ਜਾ ਰਹੀ ਹਾਂ ਜਿਸ ਨੂੰ ਮੰਗਦਿਆਂ ਸਾਰ ਹੀ ਮੇਰੇ ਪਾਤਸ਼ਾਹ ਤੁਹਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦੇਣਗੇ। ਤੁਹਾਡੇ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਘਰ ਵਿੱਚ ਬਰਕਤਾਂ ਤੇ ਪੈਸਿਆਂ ਦੇ ਭੰਡਾਰੇ ਭਰ ਜਾਣਗੇ। ਇਹ ਜੁਗਤੀ ਦੱਸਣ ਤੋਂ ਪਹਿਲਾਂ ਇੱਕ ਸੱਚੀ ਘਟਨਾ ਦੱਸਣ ਜਾ ਰਹੀ ਹਾਂ, ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੇ। ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ, ਅਸੀਂ ਹਮੇਸ਼ਾ ਹੀ ਗੁਰੂ ਪਾਤਸ਼ਾਹ ਜੀ ਦਾ ਗੁਣਗਾਨ ਕੁਝ ਨਾ ਕੁਝ ਪ੍ਰਾਪਤੀ ਦੇ ਲਈ ਕੀਤਾ ਹੈ। ਅਸੀਂ ਜਦੋਂ ਵੀ ਝੋਲੀ ਅੱਡੀ ਹੈ, ਮੇਰੇ ਪਾਤਸ਼ਾਹ ਜੀ ਨੇ ਸਾਰੀ ਦੁਨੀਆ ਦੀਆਂ ਖੁਸ਼ੀਆਂ ਸਾਡੀ ਝੋਲੀ 'ਚ ਪਾਈਆਂ ਨੇ। ਇਸ ਲਈ ਅਸੀਂ ਆਪਣੇ ਪਾਤਸ਼ਾਹ ਜੀ ਦੀਆਂ ਵਡਿਆਈਆਂ ਸੁਣਨ ਦੇ ਲਈ ਆਪਣਾ ਕੁਝ ਸਮਾਂ ਜ਼ਰੂਰ ਕੱਢੀਏ। ਸਾਧ ਸੰਗਤ ਜੀ, ਇੱਕ ਪਰਿਵਾਰ ਜਿਨ੍ਹਾਂ ਦੇ ਘਰ ਇੱਕ ਛੋਟਾ ਜਿਹਾ ਬੱਚਾ ਹੋਇਆ, ਉਹਨਾਂ ਦਾ ਵਿਆਹ ਹੋਇਆ। ਪਤੀ ਪਤਨੀ ਉਹ ਸਿੱਖ ਸੀ, ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਮੰਨਣ ਵਾਲੇ ਸੀ। ਪਰ ਜਿਹੜਾ ਬੱਚਾ ਹੋਇਆ ਉਹ ਪੈਰਾਂ ਤੋਂ ਚੱਲ ਨਹੀਂ ਸੀ ਸਕਦਾ, ਵਿਕਲਾਂਗ ਸੀ। ਧੜ ਠੀਕ ਸੀ, ਬੋਲਦਾ ਠੀਕ ਸੀ, ਸਾਰੇ ਅੰਗ ਠੀਕ ਸੀ, ਪਰ ਪੈਰਾਂ ਤੋਂ ਥੱਲੇ ਚੱਲ ਨਹੀਂ ਸੀ ਸਕਦਾ। ਇੱਥੋਂ ਤੱਕ ਮਾਂ ਨੂੰ ਚੁੱਕ ਕੇ ਹੀ ਜਲ ਪਾਣੀ ਵਰਤਾਉਣਾ ਪੈਂਦਾ ਸੀ। ਸਾਧ ਸੰਗਤ ਜੀ, ਸਮਾਂ ਬੀਤਦਾ ਗਿਆ। ਉਹਦੇ ਮਾਪੇ ਉਹਦਾ ਇਲਾਜ ਕਰਵਾਉਣ ਲੱਗੇ। ਜਦੋਂ ਉਹਦਾ ਇਲਾਜ ਕਰਵਾਉਂਦੇ ਰਹੇ ਤੇ ਸਭ ਕੁਝ ਵੇਚ ਵੱਟ ਕੇ ਇਲਾਜ ਕਰਵਾਉਂਦੇ ਰਹੇ। ਉਹਦਾ ਇਲਾਜ ਨਾ ਹੋਇਆ ਕਿਉਂਕਿ ਉਹਦੀ ਲਾ ਇਲਾਜ ਬਿਮਾਰੀ ਸੀ। ਬਚਪਨ ਤੋਂ ਉਹਨੂੰ ਇਹ ਬਿਮਾਰੀ ਲੱਗੀ ਸੀ। ਹੁਣ ਜਿੱਥੇ ਉਹਨਾਂ ਨੂੰ ਕੋਈ ਕਹਿੰਦਾ ਉਹ ਉੱਥੇ ਚਲੇ ਜਾਂਦੇ, ਜਿੱਥੇ ਕੋਈ ਦੱਸ ਪਾਉਂਦਾ ਉੱਥੇ ਪਹੁੰਚ ਜਾਂਦੇ। ਮਾਇਆ ਵੀ ਖਤਮ ਹੋ ਗਈ, ਮੰਗ ਮੰਗ ਕੇ ਗੁਜ਼ਾਰਾ ਕਰਦੇ ਨੇ। ਐਸੀ ਕੰਡੀਸ਼ਨ ਆ ਗਈ ਕਿ ਐਸਾ ਸਮਾਂ ਆ ਗਿਆ ਕਿ ਉਹਨਾਂ ਨੂੰ ਮੰਗ ਮੰਗ ਕੇ ਆਪਣੇ ਪੁੱਤਰ ਨੂੰ ਖਵਾਉਣਾ ਪੈਂਦਾ ਸੀ। ਕਿੱਥੇ ਉਹਨੇ ਉਹਨਾਂ ਦੀ ਸੇਵਾ ਕਰਨੀ ਸੀ, ਅੱਜ ਉਹਦੀ ਸੇਵਾ ਮਾਤਾ ਪਿਤਾ ਨੂੰ ਕਰਨੀ ਪੈ ਰਹੀ ਹੈ। ਸਾਧ ਸੰਗਤ, ਉਹਨਾਂ ਨੇ ਇੱਕ ਰੇਹੜੀ ਬਣਾਈ ਲੱਕੜ ਦੀ, ਉਹਦੇ ਵਿੱਚ ਉਹਨੂੰ ਬਿਠਾ ਲੈਂਦੇ ਸੀ, ਲੈ ਕੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ। ਤੇ ਫਿਰ ਉਹ ਹੌਲੀ ਹੌਲੀ ਜਵਾਨ ਹੋਣ ਲੱਗ ਪਿਆ। ਖੁਰਾਕ ਵੱਧ ਗਈ, ਹਰ ਚੀਜ਼ ਉਹਨੂੰ ਚਾਹੀਦੀ ਸੀ। ਮਾਤਾ ਪਿਤਾ ਬਜ਼ੁਰਗ ਹੋਣ ਲੱਗ ਪਏ ਤੇ ਚੁੱਕ ਕੇ ਵੀ ਉਹਨੂੰ ਲੈ ਕੇ ਜਾਣਾ ਪੈਂਦਾ ਸੀ ਜੰਗਲ ਪਾਣੀ ਵਾਸਤੇ, ਬਾਥਰੂਮ ਵਾਸਤੇ। ਹੁਣ ਮਾਤਾ ਪਿਤਾ ਕੋਲ ਬੋਝ ਨਹੀਂ ਸੀ ਚੁੱਕਿਆ ਜਾਂਦਾ। ਇੱਕ ਦਿਨ ਤੁਰੇ ਜਾਂਦੇ ਜਾਂਦੇ ਇੱਕ ਗੁਰੂ ਸਥਾਨ 'ਤੇ ਉਹ ਪਹੁੰਚ ਗਏ। ਉੱਥੇ ਇੱਕ ਮਹਾਂਪੁਰਸ਼ ਰਹਿੰਦੇ ਸਨ, ਜਿਹੜੇ ਸਾਰਿਆਂ ਨੂੰ ਸਤਿਗੁਰਾਂ ਦੇ ਪਿਆਰ ਦਾ ਉਪਦੇਸ਼ ਕਰਦੇ ਸਨ। ਜਦੋਂ ਉੱਥੇ ਪਹੁੰਚੇ ਤੇ ਉਹਨਾਂ ਨੇ ਵੇਖਿਆ ਕਿ ਇੱਥੇ ਲੰਗਰ ਚੱਲਦਾ ਹੈ, ਇੱਥੇ ਗੁਰਬਾਣੀ ਚੱਲਦੀ ਹੈ। ਸਾਧ ਸੰਗਤ, ਮਾਤਾ ਪਿਤਾ ਨੇ ਉਸ ਬੱਚੇ ਨੂੰ ਲੰਗਰ ਹਾਲ ਦੇ ਸਾਹਮਣੇ ਬਿਠਾ ਕੇ ਤੇ ਬਾਹਰ ਜਾ ਕੇ ਭਰੇ ਮਨ ਨਾਲ ਵਿਚਾਰ ਕੀਤੀ। ਕਹਿੰਦੇ ਨੇ ਕਿ ਕਿੰਨਾ ਕੁ ਚਿਰ ਇਹਨੂੰ ਆਪਣੇ ਨਾਲ ਨਾਲ ਧੋਈ ਫਿਰਾਂਗੇ, ਕਿੰਨਾ ਕੁ ਚਿਰ ਇਹਨੂੰ ਖਿੱਚ ਖਿੱਚ ਕੇ ਲੋਕਾਂ ਕੋਲੋਂ ਮੰਗਾਂਗੇ। ਕਹਿੰਦੇ ਹੁਣ ਸਾਡੇ ਤੋਂ ਇਹਦਾ ਬੋਝ ਚੁੱਕਿਆ ਨਹੀਂ ਜਾਣਾ। ਇਹ ਸਾਨੂੰ ਦਿੱਤਾ ਹੈ ਗੁਰੂ ਸਾਹਿਬ ਨੇ, ਅਸੀਂ ਇਹਨੂੰ ਸੌਂਪ ਦਿੰਦੇ ਹਾਂ ਗੁਰੂ ਸਾਹਿਬ ਨੂੰ। ਸਾਧ ਸੰਗਤ, ਉਹਦੇ ਮਾਂ-ਬਾਪ ਨੇ ਲੰਗਰ ਦੇ ਬੂਹੇ ਅੱਗੇ ਉਹਦੀ ਰੇਹੜੀ ਲਗਾ ਕੇ ਇੱਕ ਵਾਰ ਆਪਣੇ ਪੁੱਤਰ ਨੂੰ ਰਜ ਕੇ ਵੇਖਿਆ। ਸਲਾਹ ਕੀਤੀ, ਅੱਜ ਤੋਂ ਬਾਅਦ ਅਸੀਂ ਇਹਦੇ ਮੱਥੇ ਨਹੀਂ ਲੱਗਣਾ। ਮਾਂ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ। ਸੰਗਤ ਜੀ, ਮਾਂ ਨੇ ਕੁੱਟ ਕੇ ਆਪਣੇ ਪੁੱਤਰ ਨੂੰ ਗਲ ਨਾਲ ਲਾਇਆ। ਹੁਣ ਛੋਟੇ ਜਿਹੇ ਨੂੰ ਜਵਾਨ ਕੀਤਾ ਸੀ। ਚਾਹੇ ਉਹ ਤੁਰਦਾ ਨਹੀਂ ਸੀ, ਲੇਕਿਨ ਮਾਂ-ਬਾਪ ਵਾਸਤੇ ਉਹ ਚੰਗਾ ਹੀ ਸੀ। ਇਸ ਕਰਕੇ ਮਾਂ ਨੇ ਕੁੱਟ ਕੇ ਸੀਨੇ ਨਾਲ ਲਗਾ ਕੇ ਮੱਥਾ ਚੁੰਮਿਆ। ਮੱਥਾ ਚੁੰਮ ਕੇ ਸਿਰ 'ਤੇ ਹੱਥ ਫੇਰ ਕੇ ਨਾਲੇ ਵਿਰਾਗੀ ਹੋ ਗਈ। ਸੰਗਤ ਜੀ ਰੋਣ ਲੱਗ ਪਈ ਤੇ ਨਾਲੇ ਕਹਿੰਦੀ, ਪੁੱਤਰ ਤੂੰ ਇੱਥੇ ਬਹਿ, ਅਸੀਂ ਆਉਂਦੇ ਹਾਂ, ਅਸੀਂ ਹੁਣੇ ਆਉਂਦੇ ਹਾਂ। ਉਹ ਪੁੱਤਰ ਕਹਿੰਦਾ, ਮਾਂ ਕਿੱਥੇ ਚੱਲੇ ਹੋ ਮੈਨੂੰ ਛੱਡ ਕੇ? ਮਾਂ ਕਹਿੰਦੀ, ਮੈਂ ਹੁਣੇ ਆਈ, ਤੇਰਾ ਪਿਤਾ ਮੈਨੂੰ ਆਵਾਜ਼ਾਂ ਮਾਰਦਾ ਏ। ਪਤਾ ਸੀ ਕਿ ਹੁਣ ਮੈਂ ਇਹਨੂੰ ਮਿਲਣਾ ਨਹੀਂ, ਪਰ ਕਿਸੇ ਮਾਂ ਦਾ ਦਿਲ ਨਹੀਂ ਕਰਦਾ ਆਪਣੇ ਪੁੱਤਰ ਤੋਂ ਵਿਛੋੜਾ ਪਾਉਣ ਨੂੰ। ਸਾਧ ਸੰਗਤ, ਬੜੇ ਭਰੇ ਮਨ ਦੇ ਨਾਲ ਮਾਂ ਨੇ ਆਪਣੇ ਪੁੱਤਰ ਤੋਂ ਵਿਛੋੜਾ ਪਾਇਆ ਤੇ ਚਲੀ ਗਈ। ਦੋਵੇਂ ਪਤੀ ਪਤਨੀ ਉੱਥੋਂ ਨਿਕਲ ਕੇ ਚਲੇ ਗਏ ਤੇ ਉਹ ਪੁੱਤਰ ਵੇਖਦਾ ਰਿਹਾ, ਕਦੋਂ ਮੇਰੀ ਮਾਂ ਆਵੇ, ਮੇਰਾ ਪਿਤਾ ਆਵੇ। ਸਾਰਾ ਦਿਨ ਲੰਘ ਗਿਆ, ਆਏ ਨਹੀਂ ਤੇ ਉਡੀਕਦਾ ਰਿਹਾ।
ਹੁਣ ਜਿਹੜੀ ਸੰਗਤ ਆਉਂਦੀ ਉਹਨੂੰ ਵੇਖਿਆ ਕਿ ਇਹ ਇਕੱਲਾ ਬੈਠਾ ਹੈ। ਉਹ ਆਵਾਜ਼ਾਂ ਦਿੰਦਾ ਹੈ ਕਿ ਇੱਥੇ ਮੇਰੇ ਮਾਤਾ ਪਿਤਾ ਸੀ, ਵੇਖੋ ਤੇ ਸਹੀ ਉਹ ਲੱਭਦੇ ਨਹੀਂ। ਉੱਥੇ ਹੀ ਨਹੀਂ ਕੋਈ, ਇੱਧਰ ਉੱਧਰ ਲੱਭਿਆ, ਕੋਈ ਨਾ ਦਿਖਿਆ। ਰੋਣ ਲੱਗ ਪਿਆ ਭੁੱਬਾ ਮਾਰ ਕੇ, ਕਹਿੰਦਾ ਮੇਰਾ ਕੌਣ ਹੈ? ਮੇਰਾ ਕੋਈ ਨਹੀਂ, ਮੇਰਾ ਮਾਂ ਪਿਓ ਹੀ ਨਹੀਂ, ਮੈਨੂੰ ਸਾਂਭੇਗਾ ਕੌਣ? ਮੈਨੂੰ ਹੋਰ ਕਿਸੇ ਨੇ ਨਹੀਂ ਸਾਂਭਣਾ। ਰੋਣ ਲੱਗ ਪਿਆ ਸੰਗਤ ਜੀ ਉੱਚੀ ਉੱਚੀ। ਸੰਗਤ ਇਕੱਠੀ ਹੋ ਗਈ ਤੇ ਉੱਥੋਂ ਦੇ ਜਿਹੜੇ ਮਹਾਂਪੁਰਸ਼ ਸੀ ਉਹ ਵੀ ਆ ਗਏ। ਜਦੋਂ ਬਾਹਰ ਆਏ ਤੇ ਉਹਨਾਂ ਮਹਾਂਪੁਰਸ਼ਾਂ ਨੇ ਕਿਹਾ, ਪੁੱਤਰ ਤੂੰ ਕਿਉਂ ਰੋਣਾ ਹੈ? ਉਹ ਕਹਿੰਦਾ ਮੇਰਾ ਮਾਂ ਪਿਓ ਮੈਨੂੰ ਛੱਡ ਕੇ ਚਲਾ ਗਿਆ, ਮੇਰੇ ਮਾਂ ਪਿਓ ਮੈਨੂੰ ਦਿਸਦੇ ਨਹੀਂ, ਮੇਰਾ ਉਹਨਾਂ ਤੋਂ ਬਗੈਰ ਜੀ ਨਹੀਂ ਲੱਗਦਾ। ਮਹਾਂਪੁਰਸ਼ ਬੜੀ ਵੱਡੀ ਕਰਾਮਾਤ ਦੇ ਮਾਲਕ, ਬੜੀ ਸੋਝੀ ਵਾਲੇ ਸੀ। ਗੱਲ ਵਕੜੀ 'ਚ ਲੈ ਕੇ ਕਹਿੰਦੇ, ਗੱਲ ਸੁਣ, ਉਸ ਮਾਂ ਪਿਓ ਨੇ ਤਾਂ ਉੱਦਾਂ ਵੀ ਤੈਨੂੰ ਛੱਡ ਹੀ ਜਾਣਾ ਸੀ। ਜੇ ਤੂੰ ਮਾਂ ਪਿਓ ਬਣਾਉਣਾ ਤੇ ਇਸ ਸਤਿਗੁਰ ਨੂੰ ਬਣਾ। ਸਾਧ ਸੰਗਤ ਉਹਨੂੰ ਧਰਵਾਸਾ ਦਿੱਤਾ। ਉਹ ਸਾਰੀ ਰਾਤ ਰੋਂਦਾ ਰਿਹਾ। ਮਹਾਂਪੁਰਸ਼ਾਂ ਨੇ ਆਪ ਜਲ ਪਾਣੀ ਛਕਾਇਆ। ਦਿਨ ਚੜ੍ਹਿਆ, ਸੇਵਾਦਾਰ ਲਾ ਦਿੱਤੇ। ਕਹਿੰਦੇ ਇਹਨੂੰ ਇਸ਼ਨਾਨ ਕਰਵਾਓ। ਇਸ਼ਨਾਨ ਕਰਵਾਇਆ। ਕੁਝ ਦਿਨ ਉਹ ਉਸ ਦਰਵਾਜ਼ੇ ਅੱਗੇ ਬਹਿ ਜਾਂਦਾ, ਲੰਗਰ ਦੇ ਬੂਹੇ ਕੋਲ, ਕਿ ਮੇਰੇ ਮਾਂ ਪਿਓ ਆਉਣਾ ਹੈ। ਉਡੀਕ ਕਰਦਾ ਸੀ। ਸੰਤ ਕਹਿੰਦੇ ਅੰਦਰ ਸੌਂ ਜਾ। ਮਹਾਂਪੁਰਸ਼ ਕਹਿੰਦੇ ਕਮਰਾ ਲੈ ਲੈ। ਉਹ ਕਹਿੰਦਾ ਨਹੀਂ ਮਹਾਂਪੁਰਸ਼ ਜੀ, ਮੇਰੇ ਮਾਂ ਪਿਓ ਆ ਗਏ, ਮੈਨੂੰ ਕਿੱਥੇ ਲੱਭਣਗੇ? ਇੱਥੇ ਹੀ ਲੱਭਣਗੇ, ਮੈਂ ਇੱਥੋਂ ਨਹੀਂ ਜਾਣਾ। ਉਹ ਰੋਜ਼ ਦਰਵਾਜ਼ੇ ਅੱਗੇ ਬੈਠਾ ਰਹਿੰਦਾ। ਸਾਧ ਸੰਗਤ ਇੱਕ ਦਿਨ ਮਹਾਂਪੁਰਸ਼ਾਂ ਦੀ ਨਜ਼ਰ ਪਈ ਤੇ ਮਹਾਂਪੁਰਸ਼ ਆ ਕੇ ਕਹਿੰਦੇ, ਪੁੱਤਰ ਗੱਲ ਸੁਣ, ਹੁਣ ਇੰਨੇ ਦਿਨ ਹੋ ਗਏ ਨੇ, ਤੇਰਾ ਮਾਂ ਪਿਓ ਨਹੀਂ ਆਇਆ, ਹੁਣ ਮਨ ਛੱਡ ਨਾ, ਹੁਣ ਗੁਰੂ ਵਾਲਾ ਬਣ ਜਾ। ਤੈਨੂੰ ਗੁਰੂ ਵਾਲਾ ਬਣਾ ਦਿੰਦੇ ਹਾਂ, ਤੈਨੂੰ ਅੰਮ੍ਰਿਤ ਛਕਾ ਦਿੰਦੇ ਹਾਂ। ਜੇ ਤੂੰ ਇੱਥੇ ਹੀ ਬਹਿਣਾ ਹੈ ਫਿਰ ਇੱਥੇ ਹੀ ਬੈਠਾ ਰਿਹਾ ਕਰ। ਜਦੋਂ ਸੰਗਤਾਂ ਲੰਗਰ ਛਕਣ ਆਉਣ, ਉਹਨਾਂ ਨੂੰ ਜਾਪ ਕਰਾਇਆ ਕਰ। ਉੱਚੀ ਉੱਚੀ ਆਵਾਜ਼ ਦਿਆ ਕਰ, ਕਿਹਾ ਕਰ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਤਰ੍ਹਾਂ ਮਹਾਂਪੁਰਸ਼ ਕਹਿੰਦੇ ਤੂੰ ਰੋਜ਼ ਨਾਮ ਜਪਾਇਆ ਕਰ। ਸਾਧ ਸੰਗਤ ਉਹਨੇ ਰੋਜ਼ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਫਿਰ ਹੌਲੀ ਹੌਲੀ ਰੰਗ ਚੜ੍ਹਨਾ ਸ਼ੁਰੂ ਹੋ ਗਿਆ, ਰੰਗ ਲੱਗ ਗਿਆ। ਉਹਨੇ ਨਾਮ ਜਪਾਉਣਾ। ਸੰਗਤਾਂ ਨੇ ਲੰਗਰ ਛਕਣ ਤੋਂ ਬਾਅਦ ਵੀ ਬਹਿ ਜਾਣਾ, ਕਹਿਣਾ ਬਾਬਾ ਜੀ ਨਾਮ ਜਪਾਓ। ਉਹਨੇ ਨਾਮ ਜਪਾਉਣਾ ਤੇ ਮਹਾਂਪੁਰਸ਼ਾਂ ਨੇ ਵੀ ਆ ਕੇ ਸੰਗਤ ਦੇ ਵਿੱਚ ਬਹਿ ਜਾਣਾ ਤੇ ਨਾਮ ਜਪਣਾ ਸ਼ੁਰੂ ਕਰ ਦੇਣਾ। ਉਹਦੇ ਨਾਮ ਜਪਣ 'ਚ ਏਡਾ ਰਸ ਬਣ ਗਿਆ ਕਿ ਸੰਗਤ ਸਾਰੀ ਉਡੀਕਦੀ ਰਹਿੰਦੀ ਕਿ ਹੁਣ ਕਦੋਂ ਨਾਮ ਜਪਣ ਦੀ ਵਾਰੀ ਆਵੇਗੀ। ਸਾਧ ਸੰਗਤ ਹੌਲੀ ਹੌਲੀ ਰਸਨਾ ਦੇ ਉੱਤੇ ਹਰੀ ਦਾ ਵਾਸਾ ਹੋਣਾ ਸ਼ੁਰੂ ਹੋ ਗਿਆ। ਸੰਗਤ ਜੀ ਇੱਕ ਦਿਨ ਫਿਰ ਸਮਾਂ ਆਇਆ, ਉਹ ਨਾਮ ਜਪਾ ਰਿਹਾ ਸੀ। ਮਹਾਂਪੁਰਖ ਉੱਠੇ, ਕੀ ਕੀਤਾ, ਆਪਣੇ ਗਲ 'ਚੋਂ ਸਰੋਪਾ ਲਾਇਆ ਤੇ ਸਾਰੀ ਸੰਗਤ ਦੇ ਸਾਹਮਣੇ ਉਹਦੇ ਗਲ ਵਿੱਚ ਸਰੋਪਾ ਪਾ ਕੇ ਕਹਿ ਦਿੱਤਾ, ਸੰਗਤ ਜੀ ਅੱਜ ਤੋਂ ਇਹ ਗੁਰੂ ਘਰ ਦੀ ਜੋ ਸੇਵਾ ਸੰਭਾਲ ਸੀ ਇਸ ਨੂੰ ਬਖਸ਼ੀ। ਸਾਰੀ ਸੰਗਤ ਅੱਜ ਤੋਂ ਇਹਨਾਂ ਨੂੰ ਹੀ ਜੋ ਕੁਛ ਪੁੱਛਣਾ ਦੱਸਣਾ ਹੈ। ਸਾਡੀ ਹੁਣ ਉਮਰ ਹੋ ਗਈ ਹੈ, ਅਸੀਂ ਹੁਣ ਸੇਵਾ ਨਹੀਂ ਕਰਦੇ, ਪਰ ਸਾਨੂੰ ਪਤਾ ਲੱਗ ਗਿਆ ਹੈ, ਇਹ ਜੋਗ ਬਣ ਗਿਆ ਹੈ, ਇਹ ਨਾਮ ਜਪਣ ਲੱਗ ਪਿਆ ਤੇ ਜਪਾਉਣ ਲੱਗ ਪਿਆ ਹੈ। ਸਾਧ ਸੰਗਤ ਸਮਾਂ ਲੰਘ ਗਿਆ। ਉਹਨੇ ਮਹਾਂਪੁਰਸ਼ਾਂ ਤੋਂ ਜੋ ਸਿੱਖਿਆ ਮਿਲੀ ਸੀ ਉਹ ਵਰਤਣੀ ਸ਼ੁਰੂ ਕਰ ਦਿੱਤੀ। ਸੰਗਤ ਜੀ ਫਿਰ ਐਸੀ ਕਰਾਮਾਤ ਵਰਤੀ ਕਿ ਇੱਕ ਦਿਨ ਐਸਾ ਆਇਆ, ਕਈ ਸਾਲ ਲੰਘ ਗਏ, ਪੂਰਾ ਵੇਸ ਉਹਦਾ ਦਾੜਾ ਪ੍ਰਕਾਸ਼ ਹੋ ਗਿਆ, ਉਹ ਨੌਜਵਾਨ ਹੋ ਗਿਆ, ਦਸਤਾਰਾ ਸੱਜ ਗਿਆ, ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਬਣ ਗਿਆ। ਤੇ ਸੰਗਤ ਜੀ ਉਸ ਵੇਲੇ ਉਹ ਜਿਹੜੇ ਮਾਤਾ ਪਿਤਾ ਸੀ ਉਹ ਪਤਾ ਨਹੀਂ ਕਈ ਸਾਲਾਂ ਬਾਅਦ ਰੋਲਦੇ ਖੋਲਦੇ ਉੱਥੇ ਪਹੁੰਚੇ। ਹੁਣ ਕੀ ਕਰਦੇ ਨੇ ਕਿ ਉਹ ਰੇਹੜੀ ਦੇ ਉੱਤੇ ਚੱਲਦੇ ਨੇ, ਲੱਤਾਂ ਥੋੜ੍ਹੀਆਂ ਥੋੜ੍ਹੀਆਂ ਕਿਸੇ ਤਰ੍ਹਾਂ ਚੱਲਣ ਲੱਗ ਪਈਆਂ। ਹੁਣ ਸੇਵਾ ਵੀ ਕਰਨੀ ਸ਼ੁਰੂ ਕਰ ਦਿੱਤੀ। ਆਪਣਾ ਜਲ ਪਾਣੀ ਵਰਤਦੇ ਨੇ, ਆਪ ਹੀ ਇਸ਼ਨਾਨ ਪਾਣੀ ਕਰਦੇ ਨੇ। ਸੰਗਤ ਜੀ ਪਹਿਲਾਂ ਨਾਮ ਜਪਾਉਣਾ, ਫਿਰ ਲੰਗਰ ਵਰਤਾਉਣਾ, ਪਰ ਲੰਗਰ 'ਚੋਂ ਬਾਹਰ ਨਹੀਂ ਜਾਣਾ। ਜਿੱਥੇ ਮਾਤਾ ਪਿਤਾ ਛੱਡ ਕੇ ਗਏ ਸੀ ਬਹਿਣਾ ਉੱਥੇ ਹੀ, ਸੌਣਾ ਵੀ ਉੱਥੇ। ਅੱਜ ਮਾਤਾ ਪਿਤਾ ਆ ਗਏ, ਚੇਤਾ ਵੀ ਭੁੱਲ ਗਿਆ। ਮਨ 'ਚ ਸੀ ਕਿ ਪਤਾ ਨਹੀਂ ਬਚਿਆ ਹੋਣਾ
ਕਿ ਮਰ ਗਿਆ ਹੋਣਾ, ਕਿੰਨੇ ਸੇਵਾ ਕੀਤੀ ਹੋਣੀ ਉਹਦੀ, ਕੀ ਪਤਾ ਧੱਕੇ ਮਾਰ ਕੇ ਬਾਹਰ ਨਾ ਕੱਢ ਦਿੱਤਾ ਹੋਵੇ। ਪਰ ਨਹੀਂ, ਜਦੋਂ ਗੁਰੂ ਦੇ ਚਰਨਾਂ 'ਚ ਚਲੇ ਜਾਈਏ, ਗੁਰੂ ਕਿਰਪਾ ਕਰਦੇ ਨੇ ਕਿ ਜਦੋਂ ਮਾਤਾ ਪਿਤਾ ਆ ਕੇ ਵੇਖਿਆ ਤੇ ਉਹ ਆਪਣੇ ਪੁੱਤਰ ਨੂੰ ਪਹਿਚਾਣ ਨਾ ਸਕੇ। ਬਹਿ ਗਏ, ਪ੍ਰਸ਼ਾਦੀ ਦੀ ਭੁੱਖ ਲੱਗੀ ਸੀ, ਪੰਗਤ ਵਿੱਚ ਬਹਿ ਗਏ। ਉਹਨਾਂ ਨੇ ਨਾਮ ਜਪਿਆ, ਉਹਨਾਂ ਨੇ ਨਾਮ ਜਪਾਇਆ। ਨਾਮ ਜਪਾ ਕੇ ਜਦੋਂ ਪ੍ਰਸ਼ਾਦਾ ਵਰਤਾਉਣ ਲੱਗੇ, ਮਾਂ ਨੇ ਵੀ ਦੋਵੇਂ ਹੱਥ ਕੀਤੇ, ਪਿਤਾ ਨੇ ਵੀ ਕੀਤੇ, ਤੇ ਜਦੋਂ ਆ ਕੇ ਪ੍ਰਸ਼ਾਦਾ ਉਹਨਾਂ ਦੀ ਤਲੀ ਤੇ ਧਰਨ ਲੱਗੇ ਤੇ ਵੇਖ ਕੇ ਕਹਿੰਦੇ, ਸੇਵਾਦਾਰ ਨੂੰ ਆਵਾਜ਼ ਮਾਰ ਕੇ ਪ੍ਰਸ਼ਾਦਾ ਫੜਾ ਕੇ ਆਪਣੇ ਮਾਤਾ ਪਿਤਾ ਦੇ ਚਰਨਾਂ ਨੂੰ ਹੱਥ ਲਾਇਆ। ਉਹ ਕਹਿੰਦੇ, ਬਾਬਾ ਜੀ ਤੁਸੀਂ ਸਾਡੇ ਚਰਨੀ ਹੱਥ ਕਿਉਂ ਲਗਾਉਂਦੇ ਹੋ? ਕਹਿੰਦੇ, ਅਸੀਂ ਤਾਂ ਤੁਹਾਡੇ ਚਰਨਾਂ ਨੂੰ ਤਾਂ ਹੱਥ ਲਾਉਂਦੇ ਹਾਂ ਜੇ ਤੁਸੀਂ ਮੈਨੂੰ ਇੱਥੇ ਛੱਡ ਕੇ ਨਾ ਜਾਂਦੇ। ਅੱਜ ਮੈਂ ਇਸ ਪਦਵੀ 'ਤੇ ਨਹੀਂ ਪਹੁੰਚਦਾ। ਉਹ ਕਹਿੰਦੇ, ਤੁਸੀਂ ਕੌਣ ਹੋ? ਕਹਿੰਦਾ, ਮੈਂ ਤੁਹਾਡਾ ਉਹੀ ਪੁੱਤਰ ਹਾਂ ਜਿਹਨੂੰ ਤੁਸੀਂ ਇੱਥੇ ਛੱਡ ਕੇ ਗਏ ਸੀ। ਅੱਜ ਮੇਰੇ ਪਾਤਸ਼ਾਹ ਨੇ, ਮੇਰੇ ਦਾਤਾ ਨੇ ਕਿਰਪਾ ਵਰਤ ਦਿੱਤੀ ਹੈ, ਮੈਨੂੰ ਗੁਰੂ ਘਰ ਦਾ ਮਾਲਕ ਬਣਾ ਦਿੱਤਾ ਹੈ, ਸੇਵਾਦਾਰ ਬਣਾ ਦਿੱਤਾ ਹੈ। ਸਾਧ ਸੰਗਤ ਉਹਦੇ ਮਾਪੇ ਭੁੱਬਾ ਮਾਰ ਕੇ ਰੋਣ ਲੱਗ ਪਏ, ਜਿਹਨੂੰ ਅਸੀਂ ਨਿਕੰਮਾ ਕਰਕੇ ਸੁੱਟ ਗਏ ਸੀ ਗੁਰੂ ਘਰ ਨੇ ਉਹਨੂੰ ਹੀਰਾ ਕਰ ਦਿੱਤਾ। ਹੱਥ ਜੋੜ ਕੇ ਆਪਣੇ ਮਾਤਾ ਪਿਤਾ ਨੂੰ ਕਹਿੰਦਾ, ਮੈਨੂੰ ਤੇ ਇੱਥੇ ਛੱਡ ਗਏ, ਮੇਰੇ ਤੇ ਕਿਰਪਾ ਹੋ ਗਈ। ਵੇਖਿਓ ਹੁਣ ਤੁਸੀਂ ਨਿਰਗੁਰੇ ਨਾ ਚਲੇ ਜਾਣਾ, ਤੁਸੀਂ ਵੀ ਹੁਣ ਗੁਰੂ ਵਾਲੇ ਬਣ ਜਾਓ ਤੇ ਮੇਰੇ ਨਾਲ ਰਲ ਜਾਓ। ਕਹਿੰਦੇ ਫਿਰ ਮਾਤਾ ਪਿਤਾ ਨੇ ਫਿਰ ਉਸੇ ਵੇਲੇ ਸ਼ੁਕਰਾਨਾ ਕੀਤਾ ਉਸ ਅਕਾਲ ਪੁਰਖ ਦਾ, ਸੱਚੇ ਪਾਤਸ਼ਾਹ ਤੂੰ ਸਭ ਦੀ ਸੁਣਦਾ ਏ, ਸਾਨੂੰ ਨਹੀਂ ਸੀ ਪਤਾ ਤੂੰ ਐਡਾ ਲਾਗੇ ਹੋ ਕੇ ਸੁਣਦਾ ਏ, ਅਸੀਂ ਤਾਂ ਉਮੀਦਾਂ ਲਾਈਆਂ ਸੀ ਪਰ ਤੂੰ ਕਿਰਪਾ ਕਰ ਦਿੱਤੀ। ਸਾਧ ਸੰਗਤ ਜੀ, ਜਿਹੜੀ ਜੁਗਤੀ ਦੱਸਣ ਦੀ ਗੱਲ ਕੀਤੀ ਹੈ ਉਹ ਇਹ ਹੈ ਕਿ ਤੁਸੀਂ ਵੀ ਰੋਜ਼ਾਨਾ ਗੁਰੂ ਘਰੇ ਜਾਇਆ ਕਰੋ, ਦਿੱਤੀਆਂ ਦਾਤਾਂ ਦਾ ਧੰਨਵਾਦ ਕਰਕੇ ਆਇਆ ਕਰੋ ਅਤੇ ਗੁਰੂ ਘਰੇ ਜਾ ਕੇ ਇੱਕੋ ਅਰਦਾਸ ਕਰਿਆ ਕਰੋ ਕਿ ਪਾਤਸ਼ਾਹ ਮੇਰੀ ਝੋਲੀ ਦੇ ਵਿੱਚ ਨਾਮ ਦੀ ਦਾਤ ਬਖਸ਼ੋ, ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਦੇ ਉੱਤੇ ਰੱਖੋ, ਮੇਰੇ ਤੇ ਵੀ ਕਿਰਪਾ ਕਰੋ ਤਾਂ ਜੋ ਮੈਂ ਵੀ ਅੰਮ੍ਰਿਤ ਵੇਲੇ ਉੱਠ ਸਕਾਂ। ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਕਰ ਸਕਾਂ ਕਿ ਪਾਤਸ਼ਾਹ ਜੀ ਨੂੰ ਸਾਡੇ ਉੱਤੇ ਤਰਸ ਆ ਜਾਵੇ ਅਤੇ ਸਾਡੀ ਅਰਦਾਸ ਕਬੂਲ ਹੋ ਜਾਵੇ ਅਤੇ ਅਸੀਂ ਵੀ ਵੱਡੇ ਭਾਗਾਂ ਵਾਲੇ ਬਣ ਜਾਈਏ। ਕਿਉਂਕਿ ਜਿਨ੍ਹਾਂ ਦੇ ਉੱਤੇ ਪਾਤਸ਼ਾਹ ਜੀ ਦੀ ਮਿਹਰ ਹੋ ਜਾਂਦੀ ਹੈ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ। ਤਾਂ ਦੇਖਣਾ ਮੇਰੇ ਪਾਤਸ਼ਾਹ ਸਾਡੇ 'ਤੇ ਵੀ ਜ਼ਰੂਰ ਕਿਰਪਾ ਕਰਨਗੇ ਤੇ ਸਾਡੀਆਂ ਵੀ ਝੋਲੀਆਂ ਖੁਸ਼ੀਆਂ, ਬਰਕਤਾਂ ਅਤੇ ਨਾਮ ਦੀ ਦਾਤ ਨਾਲ ਭਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।